ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, 4 ਅਸ਼ਟਪਦੀਆਂ ਜੋ ਹੋ ਚੁੱਕੀਆਂ ਨੇ, 268 ਨੰਬਰ, ਤੇ 5ਵੀਂ ਅਸ਼ਟਪਦੀ ਦੀ ਅੱਜ ਆਰੰਭਤਾ ਹੈ। ਸ਼ਲੋਕ। ਦੀਨ ਹਰ ਪ੍ਰਭ ਛੋੜ ਕੇ ਲਾਗੈ ਆਨ ਸੁਆਈ। ਨਾਨਕ ਕਹੂੰ ਨ ਸੀਜਈ ਬਿਨ ਨਾ ਵਹਿ ਪਤ ਜਾਈ। ਦੀਨ ਹਰ ਪ੍ਰਭ ਛੋੜ ਕੇ ਲਾਗੈ ਆਨ ਸੁਆਈ। ਨਾਨਕ ਕਹੂੰ ਨ ਸੀਜਈ ਬਿਨ ਨਾਵੈ ਪਤ ਜਾਈ। ਦੀਨ ਹਰ ਜਿਹਦੇ ਤੋਂ ਦਾਤਾਂ ਦੀ ਪ੍ਰਾਪਤੀ ਹੁੰਦੀ ਹੋਵੇ, ਜਿਹਦੇ ਕੋਲੋਂ ਦਾਤਾਂ ਮਿਲਦੀਆਂ ਹੋਣ, ਉਹ ਪਰਮਾਤਮਾ ਵਾਹਿਗੁਰੂ ਜੋ ਦਾਤਾਂ ਦੇਣ ਵਾਲਾ ਹੈ, ਤਿਸ ਨੂੰ ਮਨੁੱਖ ਛੱਡ ਕੇ ਲਾਗੈ ਆਨ ਸੁਆਏ। ਹੋਰਨਾਂ ਦੇ ਪਿੱਛੇ, ਹੋਰਨਾਂ ਦੇ ਸਵਾਦਾਂ ਦੇ ਪਿੱਛੇ ਇਹ ਭੱਜਾ ਫਿਰਦਾ, ਉਹਦੇ ਪਿੱਛੇ ਲੱਗਾ ਫਿਰਦਾ। ਨਾਨਕ ਹੇ ਨਾਨਕ ਕਹੂੰ ਨ ਸੀਜਈ ਬਿਨ ਨਾਮੈ ਪਤ ਜਾਈ। ਮਨੁੱਖ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਨਹੀਂ ਹੈ, ਇਸ ਗੱਲ ਨੂੰ ਸਮਝਦਾ ਨਹੀਂ ਹੈ। ਨਾਮ ਤੋਂ ਬਿਨਾਂ ਜਿਹੜੀ ਪਤ ਹੈ ਉਹ ਚਲੀ ਜਾਂਦੀ ਹੈ, ਤੈਨੂੰ ਇੱਜ਼ਤ ਨਹੀਂ ਮਿਲੇਗੀ। ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ। ਤੀਜੇ ਪਾਤਸ਼ਾਹ ਜੀ ਦਾ ਬਚਨ ਹੈ ਵੀ ਹੇ ਪ੍ਰਾਣੀ, ਇੱਕ ਪਰਮਾਤਮਾ ਦੇ ਨਾਮ ਨੂੰ ਸਿਮਰ ਜਿਹਦੇ ਵਿੱਚ ਇੱਜ਼ਤ ਹੈ, ਆਪਣੀ ਪਤ ਸੇਤੀ ਕਰ ਜਾਓ। ਜਿਹਨੂੰ ਅਸੀਂ ਕਹਿੰਦੇ ਹਾਂ ਸੁਰਖਰੂ ਹੋ ਕੇ ਜਾਣਾ। ਸੰਸਾਰ ਤੋਂ ਚੱਲੇ ਆ, ਆਪਣੇ ਜੀਵਨ ਨੂੰ ਸਫਲਾ ਕਰਕੇ ਚੱਲੇ ਆ। ਜਿਵੇਂ ਪਤ ਲੈ ਕੇ ਆਏ ਉਸੇ ਪ੍ਰਕਾਰ ਇੱਜ਼ਤ ਲੈ ਕੇ ਜਾਣਾ, ਪਤ ਲੈ ਕੇ ਜਾਣਾ। ਜਿਸ ਮਨੋਰਥ ਦੇ ਲਈ ਆਏ, ਜਿਸ ਕੰਮ ਦੇ ਲਈ ਆਏ ਆ, ਉਸ ਕੰਮ ਨੂੰ ਪੂਰਾ ਕਰਨਾ। ਤੇ ਪਿਆਰ ਵਾਲਿਓ, ਇਹ ਜਿਹੜੀ ਅਸ਼ਟਪਦੀ ਹੈ ਨਾ, ਇਹ ਸਾਰੀ ਅਸ਼ਟਪਦੀ ਬੇਸ਼ੁਕਰਿਆਂ ਦੇ ਉੱਤੇ ਹੈ। ਵੀ ਜਿਹੜੇ ਸ਼ਿਕਵਾ ਕਰਦੇ ਨੇ, ਸ਼ੁਕਰਾਨਾ ਨਹੀਂ ਕਰਦੇ। ਦਾਤਾਂ ਉਹ ਪਰਮਾਤਮਾ ਦੇ ਰਿਹਾ। ਸ਼ੁਰੂ ਦੇ ਵਿੱਚ ਹੀ ਵੇਖ ਲਓ, ਦੇਨ ਹਰ ਪ੍ਰਭ ਛੋੜ ਕੇ, ਜਿਹਦੇ ਤੋਂ ਦਾਤਾਂ ਮਿਲ ਰਹੀਆਂ ਨੇ ਉਹਦਾ ਸ਼ੁਕਰਾਨਾ ਕਰਨਾ ਸੀ, ਉਹਦੇ ਨਾਲ ਜੁੜਨਾ ਸੀ। ਪਰ ਮਨੁੱਖ ਹੋਰ ਕਿਤੇ ਆਪਣਾ ਸਵਾਦ ਚੱਖਦਾ ਪਿਆ, ਹੋਰ ਕਿਤੇ ਇਹਨੇ ਲਾਲਸਾ ਰੱਖੀ ਹੋਈ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਹੀ ਮਨੁੱਖ ਤੂੰ ਪਤ ਦੇ ਨਾਲ ਇਸ ਸੰਸਾਰ ਦੇ ਉੱਤੋਂ ਨਹੀਂ ਜਾਵੇਂਗਾ। ਅਸ਼ਟਪਦੀ 10 ਵਸਤੂ ਲਈ ਪਾਛੈ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੈ। ਹੁਣ ਉਦਾਹਰਣ ਇੱਕ ਦਿੱਤੀ ਹੈ, ਮੰਨ ਲਓ ਮਨੁੱਖ ਗੁਰੂ ਦੇ ਕੋਲ ਆ ਕੇ ਅਸੀਂ ਅਰਦਾਸ ਸਾਰੇ ਕਰਦੇ ਹਾਂ, ਬੇਨਤੀ ਸਭ ਕਰਦੇ ਹਾਂ।
ਗੁਰੂ ਦੇ ਕੋਲੋਂ ਮੰਗ ਰਹੇ ਹਾਂ, ਮੰਗਣਾ ਚੰਗੀ ਗੱਲ ਹੈ, ਹੋਰ ਕਿਹਦੇ ਕੋਲੋਂ ਜਾ ਕੇ ਮੰਗੀਏ? ਜੇ ਗੁਰੂ ਦੇ ਕੋਲੋਂ ਨਹੀਂ ਮੰਗਣਾ ਤੇ ਫਿਰ ਮੰਗਣਾ ਕਿੱਥੋਂ ਆ? ਠੀਕ ਹੈ ਵੀ ਗੁਰੂ ਦੇ ਕੋਲੋਂ ਮੰਗੀਏ, ਗੁਰੂ ਸਾਨੂੰ ਤਰੁੱਟ ਕੇ ਦਾਤਾਂ ਦੇ ਰਿਹਾ, ਸਾਡੇ ਤੇ ਬਖਸ਼ਿਸ਼ਾਂ ਕਰਦਾ ਹੈ, ਮਾਲਕ ਪਰਮਾਤਮਾ ਬਖਸ਼ਿਸ਼ਾਂ ਕਰ ਰਿਹਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ, ਮੰਨ ਲਓ ਕਿਸੇ ਮਨੁੱਖ ਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, 10 ਵਸਤੂਆਂ ਦੀ ਮੰਗ ਕੀਤੀ ਹੈ ਤੇ ਉਹਦੇ ਵਿੱਚੋਂ 9 ਵਸਤੂਆਂ ਮਿਲ ਗਈਆਂ ਨੇ, ਤੇ ਇੱਕ ਜਿਹੜੀ ਚੀਜ਼ ਦੀ ਪ੍ਰਾਪਤੀ ਨਾ ਹੋਈ, ਇੱਕ ਵਸਤੂ ਦੀ ਪ੍ਰਾਪਤੀ ਨਾ ਹੋਈ, 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਰਨ ਵਿਖੋਟ ਗਵਾਵੈ। 10 ਮੰਗੀਆਂ ਨੇ, ਇੱਕ ਮਿਲੀ ਨਹੀਂ, ਇੱਕ ਦੇ ਕਰਕੇ ਵਿਖੋਟ ਮਨ ਦੇ ਵਿੱਚ ਖੋਟਾਪਨ ਰੱਖੀ ਫਿਰਦਾ, ਮਨ ਦੇ ਵਿੱਚ ਸ਼ਿਕਵੇ ਰੱਖੀ ਫਿਰਦਾ। ਏਕ ਪੀ ਨਾ ਦੇ 10 ਪੀ ਹਿਰਲੇ। ਹਾਂਜੀ, ਇੱਕ ਵਸਤ ਕਾਰਨ ਵੀ ਖੋਟ ਗਵਾਵੈ, ਭਾਵ ਮਨ ਦੇ ਵਿੱਚ ਖੋਟ ਹੈ। ਹਾਂਜੀ 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 ਹਾਂਜੀ, ਬੇਖੋਟ ਗਵਾਵੈ। ਠੀਕ, ਤੇ ਖੋਟ ਤੋਂ ਬਿਨਾਂ ਇਤਬਾਰੀ ਹੋਣਾ ਭਰੋਸਾ, ਭਰੋਸਾ ਕਰਨ ਯੋਗ ਹੈ ਵੀ ਮਨੁੱਖ ਭਰੋਸਾ ਨਹੀਂ ਕਰਦਾ। ਹਾਂਜੀ 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 ਹਾਂਜੀ, ਮੈਂ ਹਾਂਜੀ ਹਾਂਜੀ ਹਾਂਜੀ, ਵੀ ਏਕ ਪੀ ਨਾ ਦੇ 10 ਪੀ ਹਿਰਲੇ। ਵੀ ਜੇਕਰ ਮੰਨ ਲਓ ਵੀ ਜਿਸ ਮਾਲਕ ਪਰਮਾਤਮਾ ਨੇ ਵੀ ਜਿਹਦੇ ਕੋਲੋਂ ਤੂੰ 10 ਮੰਗੀਆਂ ਨੇ, ਜਿਹਦੇ ਵਿੱਚੋਂ ਤੈਨੂੰ 9 ਮਿਲ ਗਈਆਂ, ਇੱਕ ਦੇ ਕਰਕੇ ਤੂੰ ਆਪਣਾ ਭਰੋਸਾ ਗਵਾ ਲਿਆ, ਆਪਣਾ ਇਤਬਾਰ ਗਵਾ ਲਿਆ, ਤੇ ਮੰਨ ਲਓ ਵੀ ਜਿਸ ਨੇ ਇੱਕ ਪੀ ਨਾ ਦੇ, ਉਹ ਇੱਕ ਵੀ ਨਾ ਦਿੰਦਾ, 10 ਪੀ ਹਿਰਲੇ ਜੋ ਤੇਰੇ ਕੋਲ ਤੈਨੂੰ ਦਾਤਾਂ ਦਿੱਤੀਆਂ ਨੇ, ਵੀ ਉਹ ਵੀ 10 ਖੋਹ ਲਵੇ, ਤਉ ਮੂੜਾ ਕਹੋ ਕਹਾ ਕਰੇ। ਤਾਂ ਜਿਹੜਾ ਮੂੜਾ ਹੀ ਅਣਜਾਣ ਮਨੁੱਖ, ਵੀ ਤੂੰ ਕੀ ਕਰ ਸਕਣਾ, ਤੇਰਾ ਤੇ ਜ਼ੋਰ ਨਹੀਂ ਚੱਲਦਾ। ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਹੀ ਵਾਹਿਗੁਰੂ, ਵੀ ਜਿਸ ਠਾਕੁਰ ਦੇ ਅੱਗੇ ਸਾਡਾ ਕੋਈ ਚਾਰਾ ਨਹੀਂ, ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਜਿਹਦੇ ਅੱਗੇ ਸਾਡੇ ਕੋਈ ਵਾਹ ਨਹੀਂ ਹੈ, ਵੀ ਉਹਨੇ ਜੇਕਰ ਸਾਡੇ ਤੋਂ ਲੈ ਲਿਆ, ਅਸੀਂ ਉਹਨੂੰ ਦੋਸ਼ ਨਹੀਂ ਦੇ ਸਕਦੇ, ਸਾਡਾ ਕੋਈ ਜ਼ੋਰ ਨਹੀਂ ਚੱਲਦਾ ਵੀ ਅਸੀਂ ਉਹ ਤੋਂ ਵਾਪਸ ਲੈ ਲਈਏ। ਵੀ ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਪੇ ਭਾਈ, ਉਹਨੂੰ ਤੇ ਸਦਾ ਨਮਸਕਾਰ ਕਰਨੀ ਚਾਹੀਦੀ ਹੈ, ਜਿਹਦੇ ਅੱਗੇ ਸਾਡਾ ਜ਼ੋਰ ਨਹੀਂ ਚੱਲਦਾ। ਜਾ ਕੈ ਮਨ ਲਾਗਹ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਤੇ ਹੁਣ ਜਿਸ ਦਾ ਮਨ, ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰਿੱਝ ਗਿਆ, ਉਹਨੂੰ ਪਰਮਾਤਮਾ ਦਾ ਨਾਮ ਮਿੱਠਾ ਕਰਕੇ ਲੱਗਣ ਲੱਗ ਪਿਆ, ਸਰਬ ਸੁਖ ਤਾਹੂ ਮਨ ਬੂਠਾ। ਬੂਠਾ ਦਾ ਅਰਥ ਹੈ ਵਸਦੇ ਹਨ, ਤੇ ਉਹਦੇ ਹਿਰਦੇ ਦੇ ਅੰਦਰ ਵੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਭ ਆ ਵਸਦੀਆਂ ਨੇ, ਉਹਦੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਆ ਕੇ ਘਰ ਕਰ ਲੈਂਦੇ ਨੇ, ਉਹਦੇ ਹਿਰਦੇ ਦੇ ਵਿੱਚ ਆ ਕੇ ਵਸ ਜਾਂਦੇ ਨੇ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਉਸ ਪਰਮਾਤਮਾ ਨੇ ਜਿਸ ਮਨੁੱਖ ਤੋਂ ਆਪਣਾ ਹੁਕਮ, ਜਿਸ ਨੇ ਉਹਦੇ ਹੁਕਮ ਨੂੰ ਮੰਨ ਲਿਆ, ਜਿਸ ਨੇ ਪ੍ਰਵਾਨ ਕਰ ਲਿਆ, ਸਰਬ ਥੋਕ ਨਾਨਕ ਤਿਨ ਪਾਇਆ। हे ਨਾਨਕ, ਉਸ ਨੇ ਸਭ ਚੀਜ਼ਾਂ ਦੀ ਪ੍ਰਾਪਤੀ ਕਰ ਲਈ ਹੈ, ਸਭ ਚੀਜ਼ਾਂ ਦੀ ਉਸ ਨੂੰ ਪ੍ਰਾਪਤੀ ਹੋ ਗਈ ਹੈ। ਅਗਣਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਅਗਣਤ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੱਥੇ ਸ਼ਾਹ, ਸ਼ਾਹੂਕਾਰ ਹੈ,
ਸਾਹ ਦੀ ਗੱਲ ਨਹੀਂ ਚੱਲਦੀ ਪਈ, ਸ਼ਾਹ ਜਿਹਨੂੰ ਅਸੀਂ ਸ਼ਾਹੂਕਾਰ ਕਹਿੰਦੇ ਆ, ਜਿਹਦੇ ਕੋਲੋਂ ਚੀਜ਼ਾਂ ਅਸੀਂ ਲੈਂਦੇ ਆ। ਵੀ ਮੰਨ ਲਓ ਸ਼ਾਹੂਕਾਰ ਵੀ ਵਰਤਨ ਦੇ ਲਈ ਸਾਨੂੰ ਅਣਗਿਣਤ ਚੀਜ਼ਾਂ ਦੇ ਰਿਹਾ, ਉਹ ਮਾਲਕ ਸ਼ਾਹੂਕਾਰ ਹੈ। ਉਹਨੇ ਮਨੁੱਖ ਨੂੰ ਵਰਤਨ ਦੇ ਲਈ ਅਨੇਕਾਂ ਚੀਜ਼ਾਂ ਦਿੱਤੀਆਂ ਨੇ। ਖਾਤ ਪੀਤ ਵਰਤੈ ਆਨੰਦ ਉਲਾਸ, ਤੇ ਮਨੁੱਖ ਉਸ ਨੂੰ ਖਾਂਦਾ ਹੈ, ਪੀਂਦਾ ਹੈ, ਵਰਤਦਾ ਹੈ, ਆਨੰਦ ਦੇ ਨਾਲ, ਖੇੜਿਆਂ ਦੇ ਨਾਲ ਵਸ ਰਿਹਾ, ਮੌਜਾਂ ਮਾਣਦਾ ਪਿਆ। ਆਪਣੀ ਅਮਾਨ ਕਛ ਬਹੁਰ ਸਾਹਲੇ, ਅਗਿਆਨੀ ਮਨ ਰੋਸ ਕਰੇ। ਹੁਣ ਜਿਸ ਸ਼ਾਹੂਕਾਰ ਨੇ ਵਰਤਨ ਦੇ ਲਈ ਸਾਨੂੰ ਚੀਜ਼ਾਂ ਦਿੱਤੀਆਂ, ਜਿਸ ਦੀ ਵਰਤੋਂ ਕਰਕੇ ਮਨੁੱਖ ਉਹਨਾਂ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲੈ ਰਿਹਾ, ਖਾਂਦਾ, ਪੀਂਦਾ, ਆਨੰਦ ਲੈ ਰਿਹਾ, ਮਜ਼ੇ ਲੈ ਰਿਹਾ, ਤੇ ਜੇਕਰ ਉਹੀ ਸ਼ਾਹੂਕਾਰ ਹੁਣ ਦਿੱਤੀ ਹੋਈ ਆਪਣੀ ਅਮਾਨਤ, ਆਪਣੀ ਚੀਜ਼ ਨੂੰ ਵਾਪਸ ਲੈ ਲੈਂਦਾ, ਵੀ ਉਹਦੇ ਵਿੱਚੋਂ ਕੋਈ ਚੀਜ਼ ਵਾਪਸ ਲੈ ਲਵੇ, ਤੇ ਅਗਿਆਨੀ ਮਨ ਰੋਸ ਕਰੇ। ਤੇ ਜਿਹੜਾ ਅਗਿਆਨੀ ਮਨੁੱਖ ਹੁੰਦਾ ਹੈ ਨਾ, ਅਗਿਆਨਤਾ ਤੋਂ ਸਖਣਾ ਮਨੁੱਖ, ਜਿਹੜਾ ਇਹਨਾਂ ਚੀਜ਼ਾਂ ਨੂੰ ਆਪ ਸਮਝ ਕੇ, ਆਪਣੀ ਸਮਝ ਕੇ ਬੈਠਾ ਹੁੰਦਾ, ਆਖਦਾ ਵੀ ਇਹ ਚੀਜ਼ਾਂ ਮੇਰੀਆਂ ਨੇ, ਉਹ ਫਿਰ ਆਪਣੇ ਮਨ ਦੇ ਵਿੱਚ ਇਹ ਰੋਸ ਕਰਦਾ ਵੀ ਇਹ ਚੀਜ਼ ਕਿਉਂ ਲੈ ਲਈ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਹੁਣ ਪ੍ਰਤੀਤ ਤੋਂ ਅਰਥ ਹੈ ਇਤਬਾਰ। ਉਹ ਮਨੁੱਖ ਆਪਣਾ ਇਤਬਾਰ ਆਪ ਖਵਾ ਲੈਂਦਾ ਹੈ। ਜਦੋਂ ਬੰਦੇ ਨੇ ਰੋਸ ਕੀਤਾ ਤੇ ਇਤਬਾਰ ਖੋਇਆ ਗਿਆ, ਭਰੋਸਾ ਉੱਠ ਗਿਆ, ਤੇ ਉਹ ਮਨੁੱਖ ਹੁਣ ਦੁਬਾਰਾ ਤੋਂ ਯਤਨ ਕਰੇ ਵੀ ਭਰੋਸਾ ਵੱਜ ਜਾਵੇ, ਦੁਬਾਰਾ ਤੋਂ ਯਤਨ ਕਰੇ ਵੀ ਮੈਂ ਆਪਣਾ ਵਿਸ਼ਵਾਸ ਬੰਨ੍ਹ ਲਵਾਂ, ਪਰਮਾਤਮਾ ਦੇ ਦਰ ਤੇ ਮੇਰਾ ਭਰੋਸਾ ਵੱਜ ਜਾਵੇ। ਕਹਿੰਦੇ ਇਹ ਨਹੀਂ ਹੋ ਸਕਦਾ। ਜਿਸ ਕੀ ਬਸਤ ਤਿਸ ਆਗਹਿ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤੈ। ਹਾਂ, ਇਹ ਹੋ ਸਕਦਾ ਵੀ ਜਿਸ ਨੇ ਵਸਤੂ ਦਿੱਤੀ ਹੈ ਸਾਨੂੰ ਵਰਤਨ ਦੇ ਲਈ, ਜੇਕਰ ਮਨੁੱਖ ਖੁਸ਼ ਹੋ ਕੇ ਉਹ ਚੀਜ਼ ਮੰਗਦਾ ਪਿਆ, ਵੀ ਉਹ ਚੀਜ਼ ਉਹਦੇ ਅੱਗੇ ਰੱਖ ਦੇਵੇ, ਵੀ ਜੋ ਉਸਨੇ ਮੰਗਿਆ ਉਹਦੇ ਸਾਹਮਣੇ ਰੱਖ ਦਿੱਤੀ। ਇੱਕ ਪਹਿਲਾਂ ਵਰਤਨ ਲਈ ਦਿੱਤਾ, ਫਿਰ ਉਸਨੇ ਲੈ ਲਿਆ, ਫਿਰ ਮਨੁੱਖ ਰੋਸ ਕੀਤਾ। ਹੁਣ ਦੂਜੇ ਪਾਸੇ ਇਹਦੀ ਪੋਜ਼ਿਟਿਵ ਚੱਲ ਰਹੀ ਹੈ ਚੀਜ਼, ਵੀ ਜੇਕਰ ਕੋਈ ਮਨੁੱਖ ਖੁਸ਼ ਹੋ ਕੇ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਉਹ ਆਪਣੀ ਅਮਾਨਤ ਮੰਗਦਾ ਪਿਆ, ਜੇਕਰ ਮਨੁੱਖ ਉਸ ਨੂੰ ਖੁਸ਼ ਹੋ ਕੇ ਉਹਦੀ ਵਸਤੂ ਉਹਨੂੰ ਦੇ ਦਿੰਦਾ, ਉਹਦੇ ਅੱਗੇ ਰੱਖ ਦਿੰਦਾ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਤੇ ਪਰਮਾਤਮਾ ਦੀ ਜਿਹੜੀ ਆਗਿਆ ਹੈ ਉਸ ਨੂੰ ਸਿਰ ਮੱਥੇ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ, ਖੁਸ਼ੀ ਖੁਸ਼ੀ ਪ੍ਰਵਾਨ ਕਰਦਾ। ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਫਿਰ ਉਹ ਮਾਲਕ ਪਰਮਾਤਮਾ ਉਰ ਤੋਂ ਖੁਸ਼ ਹੋ ਜਾਂਦਾ, ਤਰੁੱਠ ਜਾਂਦਾ, ਤੇ ਉਹਨੂੰ 4 ਗੁਣਾ ਹੋਰ ਦਾਤਾਂ ਦੇ ਦਿੰਦਾ। ਮਿਲੀਆਂ ਕਿਹਨੂੰ? ਵੀ ਜਿਹੜਾ ਖੁਸ਼ ਹੋ ਕੇ ਉਹਦੀ ਦਿੱਤੀ ਹੋਈ ਚੀਜ਼ ਨੂੰ ਜੇਕਰ ਉਹ ਲੈ ਵੀ ਗਿਆ ਫਿਰ ਵੀ ਕੋਈ ਰੋਸ ਨਹੀਂ ਕੀਤਾ, ਕੋਈ ਗੱਲ ਨਹੀਂ, ਉਹਦੀਆਂ ਦਿੱਤੀਆਂ ਸਨ, ਉਹ ਲੈ ਗਿਆ, ਕੋਈ ਗੱਲ ਨਹੀਂ, ਅੱਜ ਨਹੀਂ ਹੈ, ਕੋਈ ਨਹੀਂ। ਤੇ ਮਾਲਕ ਫਿਰ ਉਹ ਤੋਂ ਖੁਸ਼ ਹੁੰਦਾ ਹੈ, ਉਹਨੂੰ ਖੁਸ਼ ਹੋ ਕੇ ਪ੍ਰਵਾਨ ਕਰ ਲੈਂਦਾ। ਤੇ ਨਾਨਕ ਸਾਹਿਬ ਸਦਾ ਦਿਆਲ, ਕਿਉਂਕਿ ਇਹ ਨਾਨਕ ਉਹ ਮਾਲਕ ਪਰਮਾਤਮਾ ਸਦਾ ਦਿਆਲੂ ਹੈ, ਸਦਾ ਦਇਆ ਕਰਨ ਵਾਲਾ ਹੈ। ਅਨੇਕ ਭਾਂਤ ਮਾਇਆ ਕੇ ਹੀਤ, ਸਰ ਪਰ ਹੋਵਤ ਜਾਨ ਅਨੀਤ। ਹੁਣ ਇਹ ਮਾਇਆ ਹੈ ਨਾ, ਜਿਹੜੀ ਮਾਇਆ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਜਿਹਦੇ ਕਰਕੇ ਪ੍ਰਮਾਤਮਾ ਸਾਨੂੰ ਵਿਸਰਦਾ। ਇਹ ਮਾਇਆ ਮਨੁੱਖ ਦੇ ਉੱਤੇ ਅਨੇਕਾਂ ਰੂਪਾਂ ਦੇ ਤੌਰ ਤੇ ਪ੍ਰਭਾਵ ਪਾਉਂਦੀ ਹੈ। ਉਹ ਭਾਵੇਂ ਕੋਈ ਧਨ ਹੋਵੇ, ਭਾਵੇਂ ਕੋਈ ਦੌਲਤ ਹੋਵੇ, ਜ਼ਮੀਨ ਜਾਇਦਾਦ ਹੋਵੇ, ਕੋਈ ਆਵਾਜਾਈ ਦਾ ਸਾਧਨ ਹੋਵੇ, ਭਾਵੇਂ ਕੋਈ ਖੁਸ਼ੀ ਵਾਲੀ ਚੀਜ਼ ਹੋਵੇ,
ਸਤਿਗੁਰੂ ਜੀ ਕਿਰਪਾ ਕਰਦੇ, ਜਿਸ ਨਾਲ ਪ੍ਰਮਾਤਮਾ ਵਿਸਰ ਜਾਵੇ ਅਸੀਂ ਪ੍ਰਮਾਤਮਾ ਨੂੰ ਭੁਲਾ ਦਈਏ। ਅਨੇਕ ਭਾਂਤ ਤੋਂ ਅਰਥ ਹੈ ਅਨੇਕਾਂ ਤਰੀਕਿਆਂ ਨਾਲ। ਮਾਇਆ ਕੇ ਹੇਤ, ਮਾਇਆ ਆਪਣਾ ਮੋਹ ਦੇ ਚੁੰਗਲ ਦੇ ਵਿੱਚ ਫਸਾਉਂਦੀ ਹੈ। ਸਰਪਰ ਹੋਵਤ ਜਾਨ ਅਨੇਤ, ਸਰਪਰ ਤੋਂ ਅਰਥ ਹੈ ਜ਼ਰੂਰੀ ਹੀ, ਤੇ ਅਨੇਤ ਦਾ ਅਰਥ ਹੈ ਅਨਿਤ। ਵੀ ਮਨੁੱਖ ਇਸ ਚੀਜ਼ਾਂ ਨੂੰ ਅਸਲੀਅਤ ਸਮਝ ਕੇ ਬਹਿ ਜਾਂਦਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ ਇਹ ਅਨਿਤ ਨੇ, ਨਾਸ਼ ਹੋਣ ਵਾਲੀਆਂ ਨੇ। ਇਹ ਜੇ ਪ੍ਰਭਾਵ ਪਾ ਰਹੀ ਹੈ, ਜੇਕਰ ਮਨੁੱਖ ਇਸ ਪ੍ਰਭਾਵ ਦੇ ਅਧੀਨ ਆ ਕੇ ਇਹਦੀ ਚੁੰਗਲ ਦੇ ਵਿੱਚ ਫਸ ਜਾਂਦਾ ਹੈ, ਵੀ ਮੰਨ ਲਵੇ ਵੀ ਮੈਂ ਸਦਾ ਸਥਿਰ ਰਹਿਣ ਵਾਲਾ ਵਾਂ, ਇਹ ਜੋ ਧਨ ਹੈ ਮੇਰੇ ਕੋਲ ਇਹ ਸਦਾ ਰਹਿਣਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਇਹ ਤੇ ਕੇਵਲ ਤੇਰੇ ਮਨ ਦਾ ਇੱਕ ਭੁਲੇਖਾ ਏ, ਇੱਕ ਭਰਮ ਹੈ, ਵੀ ਇਹ ਹਮੇਸ਼ਾ ਤੇਰੇ ਕੋਲ ਨਹੀਂ ਰਹਿਣਾ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਓ ਬਿਨਸੈ ਉਹ ਮਨ ਪਛੁਤਾਵੈ। ਹੁਣ ਮੰਨ ਲਓ ਕੋਈ ਮਨੁੱਖ ਬਿਰਖ ਦੀ ਜਿਹੜੀ ਛਾਂ ਹੈ, ਰੁੱਖ ਦੀ ਛਾਂ ਹੈ, ਉਹਦੇ ਨਾਲ ਪਿਆਰ ਪਾ ਲਵੇ, ਉਸ ਨੂੰ ਇਹ ਮੰਨ ਲਵੇ ਵੀ ਜਿੱਥੇ ਮੈਂ ਬੈਠਾ ਵਾਂ ਇਹ ਛਾਂ ਇੱਥੇ ਹੀ ਰਹੇਗੀ, ਸਵੇਰੇ ਤੋਂ ਜਿੱਥੇ ਛਾਂ ਆਈ ਉੱਥੇ ਹੀ ਰਹੇਗੀ। ਪਰ ਜਦੋਂ ਉਹ ਛਾਂ ਆਪਣਾ ਰੁੱਖ ਬਦਲ ਲੈਂਦੀ ਹੈ ਤੇ ਬਿਰਖ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਵੀ ਜਦੋਂ ਉਸਨੇ ਆਪਣਾ ਰੁੱਖ ਬਦਲਿਆ, ਫਿਰ ਮਨੁੱਖ ਮਨ ਦੇ ਵਿੱਚ ਪਛਤਾਉਂਦਾ ਹੈ ਵੀ ਇਹਨੂੰ ਤੇ ਮੈਂ ਥਿਰ ਮੰਨ ਕੇ ਬੈਠਾ ਹੋਇਆ ਸਾਂ, ਵੀ ਇਹ ਤੇ ਨਾਸ਼ ਰਹਿਤ ਹੈ। ਵੀ ਸਮਾਂ ਆਇਆ, ਸਮੇਂ ਨਾਲ ਛਾਂ ਇੱਕ ਪਾਸੇ ਸੀ, ਉੱਤਰ ਵੱਲ ਸੀ, ਹੁਣ ਦੱਖਣ ਵੱਲ ਹੋ ਗਈ, ਪੂਰਬ ਵੱਲ ਹੋ ਗਈ, ਭਾਵ ਚਾਰ ਸਫੇਰੇ ਘੁੰਮ ਗਈ। ਜਿੱਧਰ ਜਿੱਧਰ ਸੂਰਜ ਘੁੰਮਦਾ ਗਿਆ ਤਿਵੇਂ ਤਿਵੇਂ ਛਾਂ ਵੀ ਘੁੰਮਦੀ ਗਈ। ਹੁਣ ਮਨੁੱਖ ਉਸ ਨੂੰ ਇੱਕ ਜਗ੍ਹਾ ਤੇ ਮੰਨ ਕੇ ਬਹਿ ਜਾਵੇ, ਇੱਕ ਜਗ੍ਹਾ ਤੇ ਮੰਨ ਲਵੇ, ਤੇ ਕਹਿੰਦੇ ਬਾਅਦ ਦੇ ਵਿੱਚ ਬੰਦੇ ਨੂੰ ਪਛਤਾਉਣਾ ਹੀ ਪਵੇਗਾ, ਮਨ ਦੇ ਵਿੱਚ ਪਛਤਾਵਾ ਹੋਵੇਗਾ। ਜੋ ਦੀਸੈ ਸੋ ਚੱਲ ਨਹਾਰ, ਲਪਟ ਰਹਿਓ ਤਾਂ ਅੰਧ ਅੰਧਾਰ। ਇਹ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ, ਜੋ ਕੁਝ ਵੀ ਦਿਸ ਰਿਹਾ, ਇਹ ਸਭ ਚਲਾਈਮਾਨ ਹੈ, ਸਦਾ ਚੱਲਣ ਵਾਲਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਈ ਲੈ, ਛਾੜ ਸਗਲ ਜੰਜਾਲ। ਜੋ ਉਪਜ ਰਿਹਾ, ਜੋ ਸਾਡੇ ਸਾਹਮਣੇ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਸਾਡੇ ਲਈ ਹੈ, ਕਹਿੰਦੇ ਸਭ ਚਲਾਈਮਾਨ ਹੈ, ਸਭ ਚੱਲਣ ਵਾਲਾ ਹੈ, ਵੀ ਇਹ ਸਦਾ ਟਿਕਣ ਵਾਲਾ ਨਹੀਂ। ਲਪਟ ਰਹੋ ਤਾਂ ਅੰਧ ਅੰਧਾਰ, ਪਰ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਜਿਹੜਾ ਮਨੁੱਖ ਹੈ, ਇਸ ਨੂੰ ਜੱਫਾ ਪਾ ਕੇ ਬੈਠਾ ਹੋਇਆ। ਧਨ ਦੌਲਤ ਹੈ, ਜ਼ਮੀਨ ਜਾਤ ਹੈ, ਵੀ ਕੋਈ ਵੀ ਚੀਜ਼ ਲਾ ਲਵੋ, ਬੰਦਾ ਉਸ ਨੂੰ ਆਪਣੇ ਗਲਾਵੇ ਦੇ ਵਿੱਚ ਲੈ ਕੇ ਬੈਠਾ ਹੋਇਆ, ਆਖਦਾ ਇਹ ਮੇਰੀ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ ਭਾਈ, ਇਹਨੇ ਤੇਰਾ ਸਾਥ ਛੱਡ ਜਾਣਾ ਹੈ, ਇਹਨੇ ਤੇਰੇ ਨਾਲ ਨਹੀਂ ਰਹਿਣਾ, ਤੇ ਬਾਅਦ ਦੇ ਵਿੱਚ ਤੈਨੂੰ ਪਛਤਾਉਣਾ ਪਵੇਗਾ। ਬਟਾਊ ਸਿਉ ਜੋ ਲਾਵੈ ਨਹੀਂ, ਤਾ ਕੋ ਹਾਥ ਨ ਆਵੈ ਕਿਹੀ। ਹੁਣ ਬਟਾਊ ਦਾ ਅਰਥ ਹੈ ਮੁਸਾਫਰ, ਰਾਹੀਗੀਰ। ਹੁਣ ਕੋਈ ਰਸਤੇ ਦੇ ਵਿੱਚੋਂ ਲੰਘਦਾ ਹੋਵੇ, ਕੋਈ ਮੁਸਾਫਰ ਇੱਕ ਰਾਤ ਕਿਸ ਜਗ੍ਹਾ ਦੇ ਉੱਤੇ ਰੁਕ ਜਾਵੇ, ਬੰਦਾ ਹੁਣ ਉਸ ਨੂੰ ਪਿਆਰ ਕਰਕੇ ਬਹਿ ਜਾਵੇ, ਬਟਾਊ ਸਿਉ ਜੋ ਲਾਵੈ ਨਹੀਂ, ਤੇ ਉਹ ਤੇ ਮੁਸਾਫਰ ਹੈ, ਅੱਜ ਇੱਥੇ ਹੈ, ਕੱਲ ਕਿਤੇ ਹੋਰ ਹੋਵੇਗਾ, ਉਹ ਸਦਾ ਇੱਥੇ ਨਹੀਂ ਰਹਿਣ ਵਾਲਾ। ਉਹਨੇ ਚਲਾ ਗਿਆ, ਜਦੋਂ ਚਲਾ ਗਿਆ ਵੀ ਉਹ ਬਾਅਦ ਦੇ ਵਿੱਚ ਪਛਤਾਵੇਗਾ। ਬਟਾਊ ਸਿਉ ਜੋ ਲਾਵੈ ਨਹੀਂ, ਤਾਂ ਕੋ ਹਾਥ ਨਾ ਆਵੈ ਕੀ। ਬਾਅਦ ਦੇ ਵਿੱਚ ਬੰਦੇ ਦੇ ਹੱਥ ਦੇ ਵਿੱਚ ਕੋਈ ਵੀ ਸ਼ੈ ਨਹੀਂ ਹੁੰਦੀ, ਖਾਲੀ ਹੱਥ ਉਹਨੂੰ ਮੁੜਨਾ ਪੈਂਦਾ। ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਤੇ ਫਿਰ ਮਨ ਨੂੰ ਸੰਬੋਧਨ ਕਰਦਿਆਂ ਹੋਏ ਆਖਣ ਲੱਗੇ, ਹੇ ਮਨ,
ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਉੱਤੇ ਜਿੰਨੀਆਂ ਪ੍ਰੀਤਾਂ ਨੇ ਸਭ ਝੂਠੀਆਂ ਨੇ, ਸਭ ਚਲਾਈ ਮਾਨ ਨੇ, ਸਭ ਨਾਸ਼ ਹੋਣ ਵਾਲੀਆਂ ਨੇ, ਸਮੇਂ ਨਾਲ ਨਾਸ਼ ਹੋ ਜਾਣਾ ਹੈ। ਬਸ ਇੱਕ ਪ੍ਰੀਤ ਇਹੋ ਜਿਹੀ ਹੈ ਵੀ ਜਿਹੜੀ ਹਮੇਸ਼ਾ ਤੇਰੇ ਨਾਲ ਰਹੇਗੀ, ਉਹ ਹੈ ਪਰਮਾਤਮਾ ਦੇ ਨਾਮ ਦੀ ਪ੍ਰੀਤ, ਜਿਹਦੇ ਵਿੱਚੋਂ ਸੁੱਖ ਪੈਦਾ ਹੋਣਗੇ, ਜਿਹਨੂੰ ਅਸੀਂ ਕਹਿੰਦੇ ਨਾ ਤੁਮਰੀ ਕਿਰਪਾ ਤੇ ਸੁਖ ਘਨੇਰੇ। ਤੇਰੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਘਨੇਰੇ ਸੁੱਖ ਨੇ, ਉਹ ਸੁੱਖ ਜਿਹੜੇ ਕਦੇ ਵੀ ਖਤਮ ਨਹੀਂ ਹੋਣ ਵਾਲੇ। ਸੰਸਾਰਿਕ ਸੁੱਖ ਹੋਣਗੇ, ਕੁਝ ਸਮੇਂ ਦੇ ਲਈ ਸੁੱਖ ਹੋਵੇਗਾ, ਪਰ ਉਹ ਬਿਨਸ ਜਾਂਦਾ ਹੈ। ਪਰ ਜਿਹੜੇ ਸੁੱਖ ਦੀ ਪ੍ਰਾਪਤੀ ਨਾਮ ਦੇ ਵਿੱਚੋਂ ਹੁੰਦੀ ਹੈ, ਪਰਮਾਤਮਾ ਦੇ ਨਾਮ 'ਚੋਂ ਹੁੰਦੀ ਹੈ, ਉਹ ਸੁੱਖ ਹਮੇਸ਼ਾ ਨਾਲ ਰਹਿਣ ਵਾਲਾ ਹੈ, ਜਿਹਨੂੰ ਅਸੀਂ ਆਨੰਦ ਕਹਿ ਲਵੋ। ਆਨੰਦ ਇਹ ਨਹੀਂ ਵੀ ਹਾਂ ਹੁਣ ਆਨੰਦ ਆ ਗਿਆ ਤੇ ਚਲਾ ਗਿਆ। ਆਨੰਦ ਦੀ ਅਵਸਥਾ ਉਹ ਹੈ ਜਿਹਦੇ ਵਿੱਚ ਹਮੇਸ਼ਾ ਮਨੁੱਖ ਖਿੜਿਆ ਖਿੜਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। हे ਨਾਨਕ, ਭਗਤਾਂ ਦੇ ਮਨ ਦੇ ਵਿੱਚ ਹਮੇਸ਼ਾ ਵਿਗਾਸ ਹੈ, ਸਦਾ ਖੇੜਾ ਹੈ, ਖੁਸ਼ੀ ਹੈ। ਕਿਉਂ? ਉਹਨਾਂ ਦੇ ਦੁੱਖ ਦੂਰ ਹੋ ਗਏ ਨੇ, ਦੁੱਖਾਂ ਦਾ ਨਾਸ਼ ਹੋ ਗਿਆ। ਪਰਮਾਤਮਾ ਦੇ ਨਾਮ ਨੂੰ ਸੁਣਿਆ, ਪਰਮਾਤਮਾ ਦੇ ਨਾਮ ਨੂੰ ਯਾਦ ਕੀਤਿਆਂ, ਤੇ ਇੱਥੇ ਕਿਰਪਾ ਕਰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹੇ ਮੇਰੇ ਮਨ, ਹਰੀ ਦਾ ਨਾਮ ਹੈ, ਉਹਦੀ ਜਿਹੜੀ ਪ੍ਰੀਤ ਹੈ ਇਹੀ ਸੁਖਦਾਈ ਹੈ, ਇਹਦੇ ਵਿੱਚੋਂ ਤੈਨੂੰ ਸੁੱਖ ਮਿਲਣਾ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ। ਪਰ ਇਹਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ, ਇਹ ਸੁੱਖ ਉਹਨਾਂ ਨੂੰ ਮਿਲਦਾ ਹੈ ਜਿਹਦੇ ਉੱਤੇ ਪ੍ਰਮਾਤਮਾ ਕਿਰਪਾ ਕਰ ਦੇਵੇ ਤੇ ਆਪਣੇ ਨਾਲ ਜੋੜ ਲਵੇ, ਆਪਣੇ ਨਾਲ ਲਾ ਲਵੇ। ਮਿਥਿਆ ਧਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਉਹ ਚੀਜ਼ ਜੋ ਨਾਸ਼ ਹੋਣ ਵਾਲੀ ਹੈ, ਸਦਾ ਕਾਇਮ ਨਾ ਰਹਿਣ ਵਾਲੀ। ਇਹਦੇ ਅਰਥ ਵੀ ਇੱਧਰ 3 ਨੰਬਰ ਨਾ ਰਹਿਣ ਵਾਲਾ, ਜਿਹੜੀ ਨਾਸ਼ ਹੋਣ ਵਾਲੀ ਹੈ, ਜਿਹੜੀ ਸਥਿਰ ਨਹੀਂ ਰਹਿਣੀ। ਕਹਿੰਦੇ ਇਹ ਤਨ ਜਿਹੜਾ ਸਰੀਰ ਹੈ ਬੰਦੇ ਦਾ, ਇਹ ਸਰੀਰ ਵੀ ਨਾਸ਼ ਹੋਣ ਵਾਲਾ ਹੈ। ਧਨ ਜਿਹਨੂੰ ਬੰਦਾ ਇਕੱਠਾ ਕਰਦਾ ਹੈ, ਇਹ ਵੀ ਨਾਸ਼ ਹੋਣ ਵਾਲਾ ਹੈ, ਇਹ ਵੀ ਹਮੇਸ਼ਾ ਬੰਦੇ ਦੇ ਨਾਲ ਨਹੀਂ ਰਹਿੰਦਾ। ਕੁਟੰਬ ਪਰਿਵਾਰ, ਸਬਾਇਆ, ਸਬਾਇਆ ਦਾ ਅਰਥ ਹੈ ਸਾਰਾ। ਇਹ ਜੋ ਚੀਜ਼ਾਂ ਨੇ ਇਹ ਸਭ ਕੁਝ ਨਾਸ਼ਵੰਤ ਨੇ, ਸਭ ਕੁਝ ਨਾਸ਼ ਹੋਣ ਵਾਲੀਆਂ ਨੇ। ਮਿਥਿਆ ਹੋਮੈ ਮਮਤਾ ਮਾਇਆ। ਤੇ ਮਨੁੱਖ ਪਰਿਵਾਰ ਦੇ ਨਾਲ, ਧਨ ਦੇ ਨਾਲ, ਮਾਇਆ ਦੇ ਨਾਲ ਮੋਹ ਕਰਦਾ ਹੈ। ਤੇ ਹੰਕਾਰ ਕਿਸ ਚੀਜ਼ ਦਾ ਹੁੰਦਾ ਹੈ? ਵੀ ਮੈਂ ਇੰਨਾ ਅਮੀਰ ਹਾਂ, ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇਹ ਗੱਡੀ ਹੈ, ਮੇਰੇ ਕੋਲ ਆਪਣਾ ਘਰ ਹੈ। ਇਸ ਚੀਜ਼ ਦਾ ਹੀ ਬੰਦੇ ਨੂੰ ਹੰਕਾਰ ਹੁੰਦਾ ਹੈ। ਪਰ ਇਹ ਤੇ ਸਭ ਚੀਜ਼ਾਂ ਨਾਸ਼ਵੰਤ ਨੇ, ਸਦਾ ਵੀ ਨਾਲ ਨਹੀਂ ਰਹਿਣ ਵਾਲੀਆਂ। ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਫਿਰ ਤੇਰਾ ਕੀਤਾ ਹੋਇਆ ਹੰਕਾਰ, ਤੇਰਾ ਕੀਤਾ ਹੋਇਆ ਮੋਹ, ਇਹ ਵੀ ਜਿਹੜਾ ਨਾਸ਼ ਹੈ, ਇਹ ਵੀ ਤੇਰਾ ਵਿਅਰਥ ਹੈ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਹੁਣ ਮਿਥਿਆ ਨਾਸ਼ ਰਹਿਤ ਹੈ। ਕੀ? ਰਾਜ, ਰਾਜ ਭਾਗ। ਜੋਬਨ ਤੇਰੀ ਜਵਾਨੀ, ਧਨ, ਧਨ ਫਿਰ ਆ ਗਿਆ ਮਾਲ, ਭਾਵ ਤੇਰੀ ਜਵਾਨੀ, ਧਨ, ਮਾਲ, ਰਾਜ ਭਾਗ ਸਭ ਮਿਥਿਆ, ਸਭ ਨਾਸ਼ਵੰਤ ਹੈ। ਫਿਰ ਮਿਥਿਆ ਕਾਮ ਕ੍ਰੋਧ ਵਿਕਰਾਲ। ਤੇ ਜੇਕਰ ਇਹ ਸਭ ਕੁਝ ਨਾਸ਼ਵੰਤ ਹੈ, ਇਹਦੇ ਕਰਕੇ ਤੇਰੇ ਅੰਦਰ ਕਾਮ ਦੀ ਜਿਹੜੀ ਲਹਿਰ ਹੈ, ਤੇਰੇ ਅੰਦਰ ਵਿਕਰਾਲ ਭਿਆਨਕ ਜਿਹੜਾ ਕ੍ਰੋਧ ਹੈ, ਤੇਰੇ ਅੰਦਰ ਜਿਹੜਾ ਗੁੱਸਾ ਹੈ, ਇਹ ਵੀ ਵਿਅਰਥ ਨੇ, ਇਹ ਵੀ ਫਿਰ ਕਿਸੇ ਕੰਮ ਦਾ ਨਹੀਂ, ਇਹ ਵੀ ਨਾਸ਼ ਹੋਣ ਵਾਲਾ ਹੈ। ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ। ਹੁਣ ਬੰਦੇ ਕੋਲ ਰਥ ਹੋਣ, ਹਸਤੀ
ਬੰਦੇ ਕੋਲ ਹਾਥੀ ਹੋਣ, ਘੋੜੇ ਹੋਣ ਤੇ ਅਨੇਕਾਂ ਪ੍ਰਕਾਰ ਦੇ ਸੋਹਣੇ ਸੋਹਣੇ ਪਾਉਣ ਦੇ ਲਈ ਵਸਤਰ ਹੋਣ। ਵਸਤਰਾਂ ਦਾ ਅਰਥ ਵਸਤਰ, ਵੀ ਇਹ ਸਭ ਕੁਝ ਹੋਵੇ ਤੇ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਬੰਦਾ ਇਹ ਚੀਜ਼ਾਂ ਨੂੰ ਵੇਖ ਕੇ ਹੱਸਦਾ, ਖੇਡਦਾ, ਖੁਸ਼ ਹੁੰਦਾ ਵੀ ਮੇਰੇ ਕੋਲ ਇਹ ਚੀਜ਼ਾਂ ਨੇ, ਮੇਰੇ ਕੋਲ ਆਵਾਜਾਈ ਦਾ ਸਾਧਨ ਹੈ। ਜੇਕਰ ਆਧੁਨਿਕ ਅੱਜ ਦੀ ਗੱਲ ਕਰੀਏ ਜੋਕੇ ਟਾਈਮ ਦੀ, ਤੇ ਇੱਦਾਂ ਲਾ ਲਵੋ ਮੇਰੇ ਕੋਲ ਗੱਡੀ ਹੈ। ਉਸ ਸਮੇਂ ਰੱਥਾਂ ਦੀ ਸਵਾਰੀ ਹੁੰਦੀ ਸੀ, ਹਾਥੀਆਂ ਦੀ ਸਵਾਰੀ ਕੀਤੀ ਜਾਂਦੀ ਸੀ, ਘੋੜੇ ਹੁੰਦੇ ਸਨ ਬੰਦੇ ਕੋਲ। ਤੇ ਅੱਜ ਤੁਸੀਂ ਇੱਦਾਂ ਲਾ ਲਵੋ ਵੀ ਮੇਰੇ ਕੋਲ ਵਧੀਆ ਗੱਡੀ ਹੈ, ਰਹਿਣ ਦੇ ਲਈ ਮੇਰੇ ਕੋਲ ਘਰ ਹੈ, ਪਹਿਨਣ ਦੇ ਲਈ ਸੋਹਣੇ ਵਸਤਰ ਨੇ। ਬੰਦਾ ਇਹਦੇ ਵਿੱਚ ਹੀ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੁੰਦਾ ਹੈ। ਪਰ ਸਤਿਗੁਰ ਜੀ ਕਿਰਪਾ ਕਰਦੇ ਭਾਈ, ਜਿਸ ਚੀਜ਼ ਨੂੰ ਵੇਖ ਕੇ ਤੂੰ ਖੁਸ਼ ਹੋ ਰਿਹਾ ਹੈ, ਜਿਸ ਚੀਜ਼ ਨੂੰ ਵੇਖ ਕੇ ਤੂੰ ਹੱਸ ਰਿਹਾ ਹੈ, ਇਹ ਸਭ ਚੀਜ਼ਾਂ ਨਾਸ਼ਵੰਤ ਨੇ। ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਹੁਣ ਧਰੋਹ ਦਾ ਅਰਥ ਹੈ ਕਿਸੇ ਨਾਲ ਠੱਗੀ ਕਰਨਾ, ਧੋਖਾ ਦੇਣਾ, ਦਗਾ ਕਮਾਣਾ। ਮੋਹ ਅਭਿਮਾਨ, ਮੋਹ ਮਾਇਆ ਦਾ ਮੋਹ, ਅਭਿਮਾਨ ਹੰਕਾਰ, ਹੁਮੈ ਹੋਣੀ ਬੰਦੇ ਦੇ ਅੰਦਰ। ਕਹਿੰਦੇ ਭਾਈ ਇਹ ਦਗਾ ਕਮਾਉਣਾ ਵੀ, ਕਿਸੇ ਨਾਲ ਤੂੰ ਧੋਖਾ ਕਰ ਰਿਹਾ, ਕਿਹਦੇ ਕਰਕੇ? ਆਪਣੇ ਕਰਕੇ, ਵੀ ਇਹ ਚੀਜ਼ ਮੇਰੇ ਕੋਲ ਆ ਜਾਵੇ। ਬੰਦਾ ਇਸੇ ਕਰਕੇ ਦਗਾ ਕਰਦਾ, ਇਹਦੇ ਕਰਕੇ ਧੋਖਾ ਕਰਦਾ, ਦੂਜੇ ਨੂੰ ਲੁੱਟਦਾ, ਵੀ ਜੋ ਚੀਜ਼ ਉਹਦੇ ਕੋਲ ਹੈ ਉਹ ਮੇਰੀ ਹੋ ਜਾਵੇ ਤੇ ਮੇਰੀ ਉਹਦੀ ਚੀਜ਼ ਵੀ ਮੇਰੇ ਕੋਲ ਹੀ ਰਵੇ। ਤੇ ਸਤਿਗੁਰੂ ਜੀ ਕਿਰਪਾ ਕਰਦੇ ਭਾਈ, ਇਹ ਦਗਾ, ਇਹ ਮੋਹ, ਇਹ ਅਭਿਮਾਨ ਸਭ ਮਿਥਿਆ ਹੈ। ਕਿਉਂ? ਮਿਥਿਆ ਆਪਸ ਉਪਰ ਕਰਤ ਗੁਮਾਨ। ਹੁਣ ਬੰਦਾ ਆਪਣੇ ਉੱਤੇ ਬੜਾ ਗੁਮਾਨ ਕਰਦਾ ਹੈ, ਆਪਣੇ ਉੱਤੇ ਬੜਾ ਮਾਣ ਕਰਦਾ ਭਾਈ। ਹੇ ਮਨ, ਇਹ ਤੇਰਾ ਗੁਮਾਨ ਹੈ, ਜਿਹੜਾ ਤੇਰਾ ਹੰਕਾਰ ਹੈ, ਇਹ ਵੀ ਸਭ ਵਿਅਰਥ ਹੈ। ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਹੁਣ ਇੱਕ ਸਵਾਲ ਜਿਹਾ ਪੈਦਾ ਹੋ ਗਿਆ, ਸਤਿਗੁਰੂ, ਸਰੀਰ ਬੰਦੇ ਦਾ ਨਾਸ਼ਵੰਤ ਹੈ, ਧਨ ਹੈ, ਮੋਹ ਹੈ, ਸਭ ਕੁਝ ਨਾਸ਼ਵੰਤ ਹੈ, ਤੇ ਕੋਈ ਨਾ ਕੋਈ ਚੀਜ਼ ਤੇ ਇਹੋ ਜਿਹੀ ਹੋਵੇਗੀ ਨਾ ਜਿਹੜੀ ਸਦਾ ਰਹਿਣ ਵਾਲੀ ਹੈ। ਤੇ ਫਿਰ ਉਹ ਚੀਜ਼ ਸਤਿਗੁਰੂ ਜੀ ਕਹਿਣ ਲੱਗੇ, ਅਸਥਿਰ ਭਗਤ ਸਾਧ ਕੀ ਸ਼ਰਨ। ਪਰਮਾਤਮਾ ਦੀ ਭਗਤੀ ਅਸਥਿਰ ਹੈ, ਜਿਹੜੀ ਸਦਾ ਰਹਿਣ ਵਾਲੀ ਹੈ। ਤੇ ਸਾਧ ਕੀ ਸ਼ਰਨ, ਗੁਰੂ ਦੀ ਸ਼ਰਨ, ਸਾਧੂ ਦੀ ਜਿਹੜੀ ਸੰਗਤ ਹੈ, ਇਹ ਹਮੇਸ਼ਾ ਸਦਾ ਸਥਿਰ ਰਹਿਣ ਵਾਲੀ ਹੈ। ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਹੇ ਭਾਈ, ਅਸਲ ਦੇ ਵਿੱਚ ਜ਼ਿੰਦਗੀ ਉਹ ਹੈ ਜੇਕਰ ਹੇ ਨਾਨਕ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਸਿਮਰਨ ਕਰੇ, ਉਸ ਪਰਮਾਤਮਾ ਨੂੰ ਯਾਦ ਕਰੇ। ਇਹੀ ਅਸਲ ਦੇ ਵਿੱਚ ਜੀਵਨ ਹੈ ਸਾਡਾ, ਜਿਹੜਾ ਸਾਡਾ ਮਨੋਰਥ ਲਾ ਲਵੋ, ਜਿਹਨੂੰ ਅਸੀਂ ਕਹਿ ਲਈਏ ਵੀ ਇਹ ਸਾਡਾ ਮਨੋਰਥ ਹੈ। ਜਿਹਨੂੰ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹੀ ਹੈ ਸਾਡਾ ਮਨੋਰਥ। ਦੁਰਲਭ ਦੇਹ ਪਾਈ ਵਡਭਾਗੀ, ਨਾਮ ਨ ਜਪੈ ਤੇ ਆਤਮ ਘਾਤੀ। ਵੱਡਿਆਂ ਭਾਗਾਂ ਦੇ ਨਾਲ ਸਾਨੂੰ ਇਹ ਦੇਹ ਦੀ ਪ੍ਰਾਪਤੀ ਹੋਈ ਹੈ, ਮਨੁੱਖਾ ਜਨਮ ਮਿਲਿਆ। ਜੇਕਰ ਇਹਦੇ ਵਿੱਚ ਵੀ ਬੰਦਾ ਪਰਮਾਤਮਾ ਦਾ ਨਾਮ ਨਾ ਜਪੇਗਾ ਭਾਈ, ਉਹ ਫਿਰ ਤੇਰਾ ਜਿਹੜਾ ਜੀਵਨ ਹੈ ਉਹ ਕਿਸੇ ਕੰਮ ਦਾ ਨਹੀਂ, ਉਹ ਵਿਅਰਥ ਚਲਾ ਗਿਆ, ਉਹ ਵਿਅਰਥ ਹੀ ਉਸਨੂੰ ਸਮਝੋ। ਮਿਥਿਆ ਸ਼ਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਹੁਣ ਜੇ ਕੋਈ ਬੰਦਾ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨੂੰ ਸੁਣਦਾ ਹੈ, ਤੇ ਇਹ ਜਿਹੜੇ ਕੰਨ ਨੇ ਵੀ ਆਖਣ ਲੱਗੇ ਵੀ ਇਹ ਕੰਨ ਵਿਅਰਥ ਨੇ, ਇਹ ਕੰਨਾਂ ਨੇ ਵੀ ਨਾਸ਼ ਹੋ ਜਾਣਾ, ਇਹ ਵੀ ਤੇਰੇ ਕਿਸੇ ਕੰਮ ਦੀ ਨਹੀਂ। ਕਿਸੇ ਦੀ ਨਿੰਦਿਆ ਸੁਣੀ, ਬੰਦਾ ਆਖੇ ਵੀ ਇਹ ਮੇਰੇ ਕਿਸੇ ਕੰਮ ਆ ਜਾਵੇਗੀ, ਕਹਿੰਦੇ ਪਰ ਇਹ ਵੀ ਨਾਸ਼ ਹੈ, ਕਿਸੇ ਵਿਅਰਥ ਹੈ। ਮਿਥਿਆ ਹਸਤ ਪਰ ਦਰਬ ਕੋ ਹਿਰੈ। ਹਸਤ ਦਾ ਅਰਥ ਹੁੰਦਾ ਹੈ ਹੱਥ, ਪਰ ਦਰਬ ਪਰਾਇਆ ਧਨ, ਦੂਸਰੇ ਦਾ ਹੱਕ। ਹੁਣ ਜਿਸ ਹੱਥਾਂ ਦੇ ਨਾਲ ਬੰਦਾ ਧੋਖਾ ਕਰਕੇ, ਦਗਾ ਕਰਕੇ ਦੂਸਰੇ ਧਨ ਨੂੰ ਇਕੱਠਾ ਕਰਦਾ ਹੈ,
ਆਪਣਾ ਬਣਾਉਣਾ ਚਾਹੁੰਦਾ ਹੈ, ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਇਹ ਦਗੇ ਨਾਲ ਕਮਾਇਆ ਹੋਇਆ ਜਿਹੜਾ ਧਨ ਹੈ ਇਹ ਵੀ ਤੇਰੇ ਕਿਸੇ ਕੰਮ ਨਹੀਂ ਆਉਣਾ, ਇਹ ਵੀ ਵਿਅਰਥ ਹੈ। ਮਿਥਿਆ ਨੇਤਰ ਪੇਖਤ ਪਰਤ ਰਹਿ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ। ਜੇਕਰ ਕੋਈ ਮਨੁੱਖ ਅੱਖਾਂ ਦੇ ਨਾਲ ਮਾੜਾ ਤੱਕਦਾ ਹੈ, ਪਰਦਾਰਾ ਦੇ ਵੱਲ ਤੱਕਦਾ ਹੈ, ਪਰਾਈ ਇਸਤਰੀ ਦੇ ਵੱਲ ਤੱਕਦਾ ਹੈ, ਇਹ ਦੋਵਾਂ ਦੇ ਲਈ ਸੰਕੇਤ ਹੈ, ਇਸਤਰੀ ਦੇ ਲਈ ਵੀ ਤੇ ਮਰਦ ਦੇ ਲਈ ਵੀ। ਤੇ ਜਿਹਨੂੰ ਅਸੀਂ ਇਹ ਵੀ ਕਹਿੰਦੇ ਆ ਨਾ, ਚਾਰ ਕੁਰਹਿਤਾਂ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ, ਪਰਗ ਇਸਤਰੀ ਦਾ ਗਮਨ ਕਰਨਾ, ਉਹਦਾ ਸੰਗ ਕਰਨਾ। ਵੀ ਜੇਕਰ ਕੋਈ ਅੱਖਾਂ ਦੇ ਨਾਲ ਪਰਾਏ ਧਨ ਨੂੰ ਤੱਕ ਰਿਹਾ ਤੇ ਭਾਵੇਂ ਕੋਈ ਇਸਤਰੀ ਕਿਸੇ ਪੁਰਸ਼ ਨੂੰ ਤੱਕਦੀ ਪਈ ਹੈ, ਤੇ ਭਾਈ ਇਹ ਤੇਰੀਆਂ ਨੇਤਰਾਂ ਦੇ ਨਾਲ ਕੀਤਾ ਹੋਇਆ ਜਿਹੜਾ ਕਾਰਜ ਹੈ ਇਹ ਕਿਸੇ ਕੰਮ ਦਾ ਨਹੀਂ, ਇਹ ਵੀ ਵਿਅਰਥ ਹੈ ਜੇਕਰ ਤੂੰ ਦੂਸਰਿਆਂ ਦੇ ਰੂਪ ਨੂੰ ਤੱਕ ਰਿਹਾ। ਮਿਥਿਆ ਰਸਨਾ ਭੋਜਨ ਅਨ ਸੁਆਦ। ਹੁਣ ਜਿਸ ਰਸਨਾ ਦੇ ਨਾਲ, ਜਿਸ ਜੀਵ ਦੇ ਨਾਲ ਮਨੁੱਖ ਅਨੇਕਾਂ ਪ੍ਰਕਾਰ ਦੇ ਭੋਜਨਾਂ ਦਾ ਸਵਾਦ ਚੱਖਦਾ ਹੈ, ਤੇ ਇਹ ਜੀਵ ਵੀ ਨਾਸ਼ਵੰਤ ਹੈ, ਇਸ ਜੀਵ ਨੇ ਵੀ ਨਾਸ਼ ਹੋ ਜਾਣਾ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਤੇ ਉਹ ਜਿਹੜੇ ਚਰਨ ਕਿਸੇ ਵੀ ਕੰਮ ਨਹੀਂ ਹੁੰਦੇ, ਉਹ ਵਿਅਰਥ ਨੇ। ਜਿਸ ਚਰਨਾਂ ਦੇ ਨਾਲ ਬੰਦਾ ਤੁਰ ਕੇ ਵਿਕਾਰਾਂ ਦੇ ਵੱਲ ਜਾਂਦਾ ਹੈ, ਜਿਸ ਚਰਨਾਂ ਦੇ ਨਾਲ, ਪੈਰਾਂ ਦੇ ਨਾਲ ਚੱਲ ਕੇ ਮਾੜੇ ਰਸਤੇ ਦੇ ਉੱਤੇ ਚੱਲਦਾ ਹੈ, ਉਹ ਕੰਮ, ਜਿਸ ਕੰਮ ਦੇ ਅੰਦਰ ਕੋਈ ਵਡਿਆਈ ਨਹੀਂ ਹੈ, ਤੇ ਉਹ ਜਿਹੜੇ ਚਰਨਾਂ ਦੇ ਦੁਆਰਾ ਕੀਤੇ ਹੋਏ ਜਿਹੜੇ ਕੰਮ ਨੇ ਇਹ ਵੀ ਵਿਅਰਥ ਨੇ। ਮਿਥਿਆ ਮਨ ਪਰ ਲੋਭ ਲੁਭਾਵੈ। ਹੇ ਮਨਾ, ਜੇਕਰ ਸਭ ਕੁਝ ਵਿਅਰਥ ਹੈ ਫਿਰ ਤੂੰ ਮਨ ਦੇ ਵਿੱਚ ਲੋਭ ਕਿਉਂ ਕਰੀ ਫਿਰਦਾ? ਜੇਕਰ ਇਹ ਸਭ ਕੁਝ ਵਿਅਰਥ ਹੈ ਤੇ ਮਨ ਦੇ ਵਿੱਚ ਕੀਤਾ ਹੋਇਆ ਲੋਭ ਵੀ ਵਿਅਰਥ ਹੈ, ਇਹ ਵੀ ਕਿਸੇ ਕੰਮ ਦਾ ਨਹੀਂ। ਬਿਨ ਬੂਝੇ ਮਿਥਿਆ ਸਭ ਭਈ, ਮਿਥਿਆ ਤਨ ਨਹੀਂ ਪਰ ਉਪਕਾਰਾ। ਮਿਥਿਆ ਬਾਸ ਲੇਤ ਬੇਕਾਰਾ। ਹੁਣ ਜਿਸ ਧਨ ਦੇ ਵਿੱਚੋਂ ਕਿਸੇ ਦੇ ਪਰਥਾਈ ਕਦੇ ਸੇਵਾ ਨਹੀਂ ਨਿਕਲੀ, ਪਰ ਉਪਕਾਰ ਬੰਦੇ ਨੇ ਨਹੀਂ ਕੀਤਾ, ਜਿਸ ਸਰੀਰ ਦੇ ਨਾਲ ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ, ਕਿਸੇ ਦੀ ਸਹਾਇਤਾ ਨਹੀਂ ਕੀਤੀ, ਉਹ ਤਨ ਵੀ ਵਿਅਰਥ ਹੈ, ਉਹ ਕੀਤਾ ਹੋਇਆ ਕੰਮ ਕਿਸੇ ਕਾਰਜ ਨਹੀਂ। ਮਿਥਿਆ ਤਨ ਨਹੀਂ ਪਰ ਉਪਕਾਰਾ। ਹਾਂਜੀ, ਜਿਸ ਤਨ ਦੇ ਨਾਲ ਬੰਦਾ ਪਰ ਉਪਕਾਰ ਨਹੀਂ ਕਰਦਾ, ਹਾਂ, ਪਰ ਉਪਕਾਰਾ, ਪਰ ਉਪਕਾਰ ਨਹੀਂ ਕਰਦਾ। ਹਾਂਜੀ, ਮਿਥਿਆ ਤਨ ਨਹੀਂ ਪਰ ਉਪਕਾਰਾ। ਨਹੀਂ, ਵੀ ਤਨ ਨੇ ਤੇ ਨਾਸ਼ ਹੋਣ ਵਾਲਾ ਹੈ। ਹਾਂਜੀ, ਬਿਲਕੁਲ। ਪਰ ਉਪਕਾਰ ਕਰੇ ਤੇ ਉਹ ਕਿਸੇ ਕਾਰਜ ਹੈ। ਜੇਕਰ ਕੋਈ ਸਰੀਰ ਦੇ ਨਾਲ ਵੀ, ਜੇਕਰ ਸਾਨੂੰ, ਹਾਂਜੀ, ਹਾਂ, ਠੀਕ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ। ਹਾਂ, ਜਿਹੜਾ ਪਰ ਉਪਕਾਰ ਨਹੀਂ ਕਰਦਾ ਤੇ ਉਹ ਤਨ ਮਿਥਿਆ। ਬਾਕੀ ਦੇ, ਹਾਂਜੀ, ਸਭ ਕੁ, ਹਾਂਜੀ, ਹਾਂਜੀ। ਮਿਥਿਆ ਬਾਸ ਲੇਤ ਬੇਕਾਰਾ। ਹੁਣ ਬੰਦਾ ਨੱਕ ਦੇ ਨਾਲ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਲੈਂਦਾ ਹੈ,
ਤੇ ਜਿਹਦੇ ਵਿੱਚੋਂ ਵਿਕਾਰ ਪੈਦਾ ਹੁੰਦੇ ਨੇ। ਤੇ ਇਹ ਜਿਹੜੇ ਨੱਕ ਫਿਰ ਕਿਸੇ ਕਾਰਜ ਨਹੀਂ, ਇਹ ਵੀ ਮਿਥਿਆ ਹੈ, ਵਿਅਰਥ ਹੈ। ਬਿਨ ਬੂਝੇ ਮਿਥਿਆ ਸਭ ਭਈ, ਸਫਲ ਦੇਹ ਨਾਨਕ ਹਰ ਹਰ ਨਾਮ ਲੇ। ਹੁਣ ਜੇਕਰ ਬੰਦੇ ਨੂੰ ਇਸ ਚੀਜ਼ ਦੀ ਸਮਝ ਨਾ ਆਵੇ ਵੀ ਕਿਹੜਾ ਕਾਰਜ ਕਿਸੇ ਦੇ ਲਈ ਹੈ, ਹੱਥਾਂ ਦੇ ਨਾਲ ਬੰਦੇ ਨੇ ਕੀ ਕਰਨਾ ਹੈ, ਪੈਰ ਚੱਲ ਕੇ ਕਿੱਥੇ ਜਾਣ, ਤੇ ਕੰਨਾਂ ਦੇ ਨਾਲ ਕੀ ਸੁਣਨਾ ਹੈ, ਜੇਕਰ ਇਸ ਗੱਲ ਦੀ ਸਮਝ ਨਹੀਂ ਹੈ ਤੇ ਇਹ ਸਭ ਕੁਝ ਵਿਅਰਥ ਹੈ, ਇਹ ਕਿਸੇ ਕੰਮ ਦਾ ਨਹੀਂ। ਸਫਲ ਦੇਹ ਨਾਨਕ ਹਰ ਹਰ ਨਾਮ ਲੇ। ਉਹ ਸਫਲ ਦੇਹ ਹੈ, ਉਹ ਸਰੀਰ ਮਨੁੱਖਾ ਜਨਮ ਸਫਲ ਹੈ ਜਿਸ ਜਨਮ ਦੇ ਅੰਦਰ ਮਨੁੱਖ ਹਰੇਕ ਕਰਮ ਇੰਦਰੀ ਤੋਂ, ਹਰੇਕ ਗਿਆਨ ਇੰਦਰੀ ਤੋਂ ਉਹਦੇ ਅਨੁਸਾਰ ਜੋ ਉਹਦਾ ਫਰਜ਼ ਬਣਦਾ ਹੈ ਉਸ ਫਰਜ਼ ਨੂੰ ਪੂਰਾ ਕਰਦਾ ਹੈ। ਹਰ ਹਰ ਨਾਮ ਲੈ, ਹਰੀ ਦਾ ਨਾਮ ਲੈਂਦਾ ਹੈ। ਵੀ ਇਹਨੂੰ ਜੇਕਰ ਦੂਸਰੇ ਹਿਸਾਬ ਨਾਲ ਸਮਝੀਏ, ਇਹੀ ਗੱਲ ਹੋਵੇਗੀ ਵੀ ਹੱਥਾਂ ਦਾ ਆਪਣਾ ਫਰਜ਼ ਹੈ, ਪੈਰਾਂ ਨੇ ਸਹੀ ਰਸਤੇ ਦੇ ਉੱਤੇ ਚੱਲਣਾ ਹੈ, ਕੰਨਾਂ ਦੇ ਨਾਲ ਚੰਗਾ ਸੁਣਨਾ ਹੈ, ਰਸਨਾ ਦੇ ਨਾਲ ਚੰਗਾ ਬੋਲਣਾ, ਮਿੱਠਾ ਬੋਲਣਾ, ਤੇ ਮਨ ਦੇ ਵਿੱਚ ਮਾੜਾ ਵਿਕਾਰ ਨਾ ਆਵੇ, ਤੇ ਉਹੀ ਸਫਲ ਦੇਹ ਹੈ ਨਾ, ਉਹੀ ਜੀਵਨ ਸਫਲ ਹੈ, ਕਿਉਂਕਿ ਮਨੁੱਖ ਨੂੰ ਜਨਮ ਹੀ ਇਹਦੇ ਕਰਕੇ ਮਿਲਿਆ। ਤੇ ਜੇਕਰ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਉਹਦਾ ਜਿਹੜਾ ਜੀਵਨ ਹੈ ਉਹ ਸਫਲ ਹੈ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਾਂ ਹੋਵਤ ਸੂਚਾ। ਹੁਣ ਸਾਕਤ ਦਾ ਅਰਥ ਹੈ ਜੋ ਰੱਬ ਤੋਂ ਵਿਛੜਿਆ ਹੋਇਆ, ਟੁੱਟਿਆ ਹੋਇਆ। ਉਸ ਬੰਦੇ ਦੀ ਉਹ ਭਾਵੇਂ 70 ਸਾਲ 80 ਸਾਲ 100 ਸਾਲ ਉਮਰ ਲੰਘ ਜਾਵੇ, ਬਤੀਤ ਹੋ ਜਾਵੇ, ਉਹਦੀ ਲੰਘਾਈ ਹੋਈ ਜਿਹੜੀ ਉਮਰ ਹੈ ਉਹ ਕਿਸੇ ਵੀ ਕੰਮ ਨਹੀਂ ਹੁੰਦੀ, ਬਿਰਥੀ ਹੈ, ਵਿਅਰਥ ਹੈ। ਸਾਚ ਬਿਨਾ ਕਹਾਂ ਹੋਵਤ ਸੂਚਾ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਪਵਿੱਤਰ ਕਿਵੇਂ ਹੋ ਸਕਦਾ ਹੈ, ਸਫਲਾ ਕਿਵੇਂ ਹੋ ਸਕਦਾ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਹੁਣ ਨਾਮ ਤੋਂ ਬਿਨਾ ਵੀ ਤਨ, ਅਗਿਆਨਤਾ ਵਾਲੇ ਰੂਪੀ ਜਿਹੜਾ ਤਨ ਹੈ, ਸਰੀਰ ਹੈ, ਬੰਦਾ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਹੈ, ਇਹ ਨਾਮ ਤੋਂ ਬਿਨਾ ਕਿਸੇ ਕੰਮ ਨਹੀਂ। ਮੁਖ ਆਵਤ, ਮੂੰਹ ਦੇ ਵਿੱਚੋਂ ਫਿਰ ਬਦਬੂ ਹੁੰਦੀ ਹੈ, ਕਿਸ ਚੀਜ਼ ਦੀ, ਵੀ ਦੁਰਗੰਧ, ਅੰਦਰ ਫਿਰ ਵਿਕਾਰ ਜਿਹੜੇ ਹੁੰਦੇ ਨੇ ਉਹਨਾਂ ਦੀ ਦੁਰਗੰਧ ਆਵੇਗੀ। ਬੰਦਾ ਜਿਹੋ ਜਿਹੇ ਕੰਮ ਕਰੇਗਾ ਨਾ, ਵੀ ਉਹੋ ਜਿਹਾ ਫਿਰ ਜੀਵਨ ਹੋਵੇਗਾ। ਜਦੋਂ ਜੀਵਨ ਉਹੋ ਜਿਹਾ ਹੋਵੇਗਾ ਤੇ ਜੇਕਰ ਚੰਗੇ ਕੰਮ ਕਰਨ ਵਾਲਾ ਹੈ, ਉਧਰੋਂ ਚੰਗੀ ਚੀਜ਼ ਦੀ ਉਹਦੇ ਅੰਦਰੋਂ ਵਾਈਬ੍ਰੇਟ ਆਵੇਗੀ, ਚੰਗੀ ਵਾਈਬ੍ਰੇਸ਼ਨ ਆਏਗੀ। ਤੇ ਮਾੜੇ ਕੰਮ ਕਰਨ ਵਾਲਾ, ਤੇ ਜੇਕਰ ਕੋਈ ਉਹਦੇ ਸਾਹਮਣੇ ਉਂਝ ਵੀ ਕੋਈ ਗੱਲ ਕਰੇ ਤੇ ਉਹਦੇ ਅੰਦਰ ਉਹ ਵਾਈਬ੍ਰੇਸ਼ਨ ਗਲਤ ਹੋਵੇਗੀ। ਕਿਉਂ? ਉਹ ਆਪ ਗਲਤ ਕਰ ਰਿਹਾ, ਉਹਨੂੰ ਇਹ ਚੀਜ਼ ਹੁੰਦੀ ਹੈ ਵੀ ਕਿਤੇ ਮੈਨੂੰ ਮੇਰੇ ਬਾਰੇ ਦੂਸਰੇ ਨੂੰ ਪਤਾ ਨਾ ਲੱਗ ਜਾਵੇ, ਇਹਨੂੰ ਨਾ ਪਤਾ ਲੱਗ ਜਾਵੇ। ਤੇ ਬਿਰਥਾ ਨਾਮ ਬਿਨਾ ਤਨ ਅੰਧ, ਹੇ ਅੰਧੇ, ਨਾਮ ਤੋਂ ਬਿਨਾ ਤੇਰਾ ਸਰੀਰ ਹੈ ਉਹ ਵਿਰਥ ਹੈ। ਮੁਖ ਆਵਤ ਤਾਂ ਕਹਿ ਦੁਰਗੰਧ, ਤੇਰੇ ਮੂੰਹ ਦੇ ਵਿੱਚੋਂ, ਤੇਰੇ ਅੰਦਰੋਂ ਵਿਕਾਰਾਂ ਦੀ ਜਿਹੜੀ ਦੁਰਗੰਧ ਹੈ, ਬਦਬੂ ਆ ਰਹੀ ਹੈ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਈ, ਮੇਘ ਬਿਨਾ ਜਿਉ ਖੇਤੀ ਜਾਈ। ਸਿਮਰਨ ਤੋਂ ਬਿਨਾ ਮਨੁੱਖ ਦਿਨ ਰਾਤ 8 ਪਹਿਰ ਬਸ ਵਿਅਰਥ ਗਵਾ ਰਿਹਾ, ਉਹਦੇ ਲੰਘਦੇ ਪਏ ਨੇ। ਮੇਘ ਬਿਨਾ ਜਿਉ ਖੇਤੀ ਜਾਏ, ਕਹਿੰਦੇ ਜਿਸ ਪ੍ਰਕਾਰ ਬਾਰਿਸ਼ ਨਾ ਹੁੰਦੇ ਕਰਕੇ ਫਸਲ ਖਰਾਬ ਹੋ ਜਾਂਦੀ ਹੈ, ਇਸੇ ਪ੍ਰਕਾਰ ਜੇਕਰ ਬੰਦੇ ਦੇ ਅੰਦਰ ਪਰਮਾਤਮਾ ਦੇ ਨਾਮ ਰੂਪੀ ਵਰਖਾ ਨਾ ਹੋਵੇ ਤੇ ਉਹਦਾ ਜਿਹੜਾ ਜੀਵਨ ਹੈ ਉਹ ਵਿਅਰਥ ਚਲਾ ਜਾਂਦਾ ਹੈ, ਕਿਸੇ ਵੀ ਕੰਮ ਨਹੀਂ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੀ ਨਿਰਾਰਥ ਦਾਮ। ਹੁਣ ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਕੋਈ ਵੀ ਧਰਮ ਦੇ ਕਾਰਜ ਕਰ ਰਿਹਾ ਹੈ, ਕੋਈ ਵੀ ਕੰਮ ਕਰਦਾ, ਉਹ ਕਿਸੇ ਵੀ ਕੰਮ ਨਹੀਂ।
ਉਹ ਸਭ ਵਿਅਰਥ ਨੇ। ਜਿਉ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਦਾ ਅਰਥ ਹੈ ਕੰਜੂਸ ਬੰਦਾ। ਹੁਣ ਕੰਜੂਸ ਬੰਦੇ ਕੋਲ ਜਿੰਨਾ ਮਰਜ਼ੀ ਧਨ ਹੋਵੇ, ਜਿੰਨਾ ਮਰਜ਼ੀ ਪੈਸਾ ਹੋਵੇ, ਜੇਕਰ ਉਹਨੂੰ ਆਖੇ ਤੂੰ ਵਰਤ ਲੈ, ਉਹ ਵਰਤਨ ਤੋਂ ਗੁਰੇਜ਼ ਕਰੇਗਾ। ਉਹਦਾ ਜਿੰਨਾ ਪੈਸਾ ਹੈ ਉਹ ਕੰਮ ਨਹੀਂ ਹੁੰਦਾ, ਕਿਸੇ ਵੀ ਉਹ ਕਾਰਜ ਨਹੀਂ ਹੁੰਦਾ। ਕਹਿੰਦੇ ਇਸੇ ਪ੍ਰਕਾਰ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਹੋਰ ਕਾਰਜ ਕਰਦਾ, ਜਿੰਨੇ ਵੀ ਕਾਰਜ ਕਰੀ ਜਾਵੇ ਸਭ ਕਾਰਜ ਵਿਅਰਥ ਨੇ। ਧਨ ਧਨ ਤੀ ਜਨ ਜਹ ਕਟ ਬਸਿਓ, ਨਾਨਕ ਤਾ ਕੈ ਬਲ ਬਲ ਜਾਓ। ਇੱਕ ਮਿੰਟ। ਧਨ ਧਨ ਤੀ ਜਨ ਜਹ ਕਟ ਬਸਿਓ ਹਰਿ ਨਾਉ, ਨਾਨਕ ਤਾ ਕੈ ਬਲ ਬਲ ਜਾਓ। ਉਹ ਧਨ ਨੇ, ਉਹ ਮਨੁੱਖ ਧਨ ਹੈ, ਜਹ ਘਟ ਬਸਿਓ ਹਰਿ ਨਾਉ, ਜਿਸ ਦੇ ਘਟ ਦੇ ਵਿੱਚ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਰਿਹਾ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ। ਨਾਨਕ ਤਾ ਕੈ ਬਲ ਬਲ ਜਾਓ। ਇਹ ਨਾਨਕ, ਮੈਂ ਉਹਦੇ ਤੋਂ ਬਲਿਹਾਰਨੇ ਜਾਣਾ ਹਾਂ, ਵਾਰਨੇ ਜਾਣਾ। ਸੋ ਇੱਥੋਂ ਤੱਕ ਹੁਣ 6 ਅਸ਼ਟਪਦੀਆਂ ਆਪਣੀਆਂ ਹੋ ਗਈਆਂ ਨੇ, 6 ਪੌੜੀਆਂ ਹੋ ਗਈਆਂ ਨੇ। ਕਹਾਂ, ਹਾਂਜੀ ਕਹਾਂ, ਕਹਾਂ ਦਾ ਅਰਥ ਵੀ ਕਿਵੇਂ, ਹਾਂ ਕਿਵੇਂ ਆਪਾਂ, ਹਾਂ ਕਹਿ ਨਹੀਂ ਹੋਏਗਾ ਦਾ ਸ਼ੁੱਧ ਉਚਾਰਨ। ਕਹਾਂ ਵੀ ਸਾਚ ਬਿਨਾ ਕਹਾਂ ਹੋਵਤ ਸੂਚਾ, ਕਿਵੇਂ ਸੁੱਚੇ ਹੋ ਸਕਨੇ ਆ। ਤੇ ਇੱਥੋਂ ਤੱਕ ਹੁਣ 5ਵੀਂ ਅਸ਼ਟਪਦੀ ਦੀਆਂ 6 ਬੰਦ ਹੋ ਗਏ ਨੇ। ਬਾਕੀ ਦੀ ਜੋ ਵਿਚਾਰ ਹੈ ਉਹ ਕੱਲ ਆਪਾਂ ਕਰਾਂਗੇ। ਵਿਚਾਰਾਂ ਦੀ ਸਮਾਪਤੀ ਜੀ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।